ਹੈਲੋ ਸਟੂਡੈਂਟਸ, ਸਕਾਈਲਰ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ 4th ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਲਰੇਡੀ ਪਾਰਟ 3 ਆ ਚੁੱਕੇ ਨੇ। ਜੋ ਸਟੂਡੈਂਟ ਸਿੱਧਾ ਪਾਰਟ 4 ਦੇਖ ਰਹੇ ਨੇ ਤਾਂ ਉਹਨਾਂ ਲਈ ਮੋਸਟ ਇੰਪੋਰਟੈਂਟ ਹੈ ਵੀ ਪਹਿਲਾ ਪਾਰਟ ਜਿਹੜੇ 3 ਆ ਚੁੱਕੇ ਨੇ ਉਹ ਜ਼ਰੂਰ ਦੇਖ ਲੈਣ, ਫਿਰ ਇਹ ਪਾਰਟ ਥੋੜ੍ਹਾ ਜ਼ਿਆਦਾ ਸਮਝ ਆਏਗਾ, ਕਿਉਂਕਿ ਇਹ ਜਿਹੜੇ ਆਪਾਂ ਪਾਰਟ ਚਲਾਏ ਹੋਏ ਨੇ ਮੋਸਟ ਇੰਪੋਰਟੈਂਟ ਕੁਐਸਚਨ ਹੀ ਕਵਰ ਕੀਤੇ ਆ। ਠੀਕ ਹੈ, ਇਹ ਆਪਣਾ YouTube ਚੈਨਲ ਹੈ ਸਕਾਈਲਰ ਗਿੱਦੜਵਾ। ਠੀਕ ਹੈ, ਇਸ 'ਤੇ ਜਾ ਕੇ ਤੁਸੀਂ ਕੀ ਆ ਕੰਸਟੀਟਿਊਸ਼ਨ ਪਲੇਲਿਸਟ ਦੇ ਵਿੱਚੋਂ ਜਾ ਕੇ ਬਾਕੀ ਦੀਆਂ ਵੀਡੀਓਜ਼ ਦੇ ਸਕਦੇ ਹੋ। ਵੈਸੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਦੂੰਗਾ, ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ। ਚਲੋ ਅੱਜ ਸਟਾਰਟ ਕਰਦੇ ਹਾਂ ਆਪਾਂ। ਪਹਿਲਾ ਕੁਐਸਚਨ, ਰਾਜ ਸੂਚੀ ਵਿੱਚ ਕਿੰਨੇ ਵਿਸ਼ੇ ਹਨ? ਰਾਜ ਸੂਚੀ ਵਿੱਚ ਦੇਖੋ ਰੀਸੈਂਟਲੀ ਕਿੰਨੇ ਵਿਸ਼ੇ ਆ? 61। ਇਸ ਤੋਂ ਪਹਿਲਾਂ ਕਿੰਨੇ ਸੀਗੇ? ਇਸ ਤੋਂ ਪਹਿਲਾਂ ਸੀਗੇ 66। ਠੀਕ ਹੈ, ਇਹ ਜੇਕਰ ਪੁੱਛਣ ਕਿਹੜੇ ਸਕੈਡਿਊਲ 'ਚ ਹੈ ਤਾਂ ਤੁਸੀਂ ਕਹਿ ਸਕਦੇ ਹੋ 7th ਦੇ ਵਿੱਚ ਹੈ। ਠੀਕ ਹੈ, ਕਿੰਨਵੇਂ ਦੇ ਵਿੱਚ ਹੈ? 7th ਦੇ ਵਿੱਚ ਹੈ। ਦੇਖੋ ਇਹ ਵਿਸ਼ਿਆਂ ਦੀ ਗੱਲ ਚੱਲਦੀ ਹੈ ਹੈ ਨਾ। ਵਿਸ਼ੇ ਆ ਜੋ ਮਤਲਬ ਇਹ ਯੂਨੀਅਨ, ਇਹ ਲਿਸਟਾਂ ਹੁੰਦੀਆਂ। ਦੇਖੋ ਇੱਕ ਯੂਨੀਅਨ ਲਿਸਟ ਹੁੰਦੀ ਹੈ, ਇੱਕ ਸਟੇਟ ਲਿਸਟ ਹੁੰਦੀ ਹੈ, ਇੱਕ ਕੰਕਰੈਂਟ ਲਿਸਟ ਹੁੰਦੀ ਹੈ। ਜਿਹੜੀ ਯੂਨੀਅਨ ਲਿਸਟ ਹੁੰਦੀ ਹੈ, ਠੀਕ ਹੈ, ਯੂਨੀਅਨ ਲਿਸਟ ਹੁੰਦੀ ਹੈ, ਇਸ ਦੇ ਮਤਲਬ ਕਿ ਵਿੱਚ ਜੋ ਵੀ ਵੇਰੀਏਬਲਸ ਆਉਣਗੇ ਹੈ ਨਾ, ਜੋ ਵੀ ਇਹਦੇ ਵਿੱਚ ਡਿਪਾਰਟਮੈਂਟ ਆ ਜਾਣਗੇ, ਉਸ 'ਤੇ ਸੈਂਟਰ ਗੌਰਮੈਂਟ ਡਿਸੀਜਨ ਲੈਂਦੀ ਹੈ। ਮਤਲਬ ਉਹ ਸੈਂਟਰ ਗੌਰਮੈਂਟ ਦੇ ਅੰਡਰ ਹੁੰਦੇ ਹੈ। ਇਹਦੇ ਅੰਦਰ 97 ਮਤਲਬ ਕਿ ਵਿਸ਼ੇ ਹੈ, 97 ਡਿਪਾਰਟਮੈਂਟ ਤੁਸੀਂ ਕਹਿ ਸਕਦੇ ਹੋ। ਜਿਵੇਂ ਡਿਫੈਂਸ ਕਹਿ ਦਿਓ ਹੈ ਨਾ, ਡਿਫੈਂਸ ਕਹਿ ਸਕਦੇ ਹੋ ਹੈ ਨਾ, ਡਿਫੈਂਸ, ਮਿਲਟਰੀ, ਏਅਰਫੋਰਸ, ਠੀਕ ਹੈ, ਫੋਰਨ ਅਫੇਅਰਸ, ਫੋਰਨ ਅਫੇਅਰਸ ਹੋ ਗਿਆ, ਰੇਲਵੇ ਹੋ ਗਿਆ ਹੈ ਨਾ। ਕਹਿਣ ਤੋਂ ਭਾਵ ਜਿਹੜੇ ਡਿਪਾਰਟਮੈਂਟ ਦੇ ਉੱਤੇ ਸੈਂਟਰ ਗੌਰਮੈਂਟ ਡਿਸੀਜਨ ਲੈਂਦੀ ਹੈ, ਸੈਂਟਰ ਗੌਰਮੈਂਟ ਦੇ ਅੰਡਰ ਆਉਂਦੇ ਆ, ਉਹਨੂੰ ਆਪਾਂ ਕਹਿੰਦੇ ਹਾਂ ਯੂਨੀਅਨ ਲਿਸਟ। ਇਹ ਲਿਸਟ ਵੈਸੇ 3 ਤਰ੍ਹਾਂ ਦੀਆਂ ਹੁੰਦੀਆਂ, ਇੱਕ ਯੂਨੀਅਨ ਲਿਸਟ ਹੋ ਗਈ, ਦੂਸਰੀ ਹੋ ਗਈ ਸਟੇਟ ਲਿਸਟ। ਠੀਕ ਹੈ, ਸਟੇਟ ਲਿਸਟ। ਜਿਹੜੀ ਸਟੇਟ ਲਿਸਟ ਹੈ ਇਸ ਦੇ ਉੱਤੇ ਸਟੇਟਸ, ਹਰ ਇੱਕ ਸਟੇਟ ਦੇ ਅੰਡਰ ਆਉਂਦੇ ਹੈ ਨਾ। ਸਟੇਟ ਲਿਸਟ ਦੇ ਵਿੱਚ ਲਗਭਗ 61 ਡਿਪਾਰਟਮੈਂਟਸ ਆ, ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਪਹਿਲਾਂ 66 ਜੀ। ਠੀਕ ਹੈ, ਇਹਦੇ ਕੁਝ ਕੁ ਸੀਗੇ ਡਿਪਾਰਟਮੈਂਟ ਜਿਹੜੇ ਇਹਨਾਂ 'ਚੋਂ ਕੱਢ ਕੇ ਉਹਨਾਂ ਨੇ ਕੰਕਰੈਂਟ ਲਿਸਟ ਦੇ ਵਿੱਚ ਪਾਤੇ। ਉਸ ਲਿਸਟ ਦੇ ਉੱਤੇ ਵਿੱਚ ਜਿਹੜੇ ਡਿਪਾਰਟਮੈਂਟ ਆ ਉਸ 'ਤੇ ਸਟੇਟ ਅਤੇ ਸੈਂਟਰ ਗੌਰਮੈਂਟ ਦੋਨੋਂ ਮਿਲ ਕੇ ਡਿਸੀਜਨ ਲੈਂਦੀਆਂ। ਠੀਕ ਹੈ, ਕੰਕਰੈਂਟ ਲਿਸਟ ਦੇਖ ਲਓ, ਕੰਕਰੈਂਟ ਲਿਸਟ ਦੇ ਵਿੱਚ 52 ਮਤਲਬ ਕਿ ਆਈਟਮਸ ਨੇ। ਠੀਕ ਹੈ, 52। ਇਸ ਤੋਂ ਪਹਿਲਾਂ ਕਿੰਨੀਆਂ ਸੀ? 47 ਸੀਗੀਆਂ। ਠੀਕ ਹੈ, ਯਾਦ ਰੱਖੋ ਇਹ ਤਿੰਨੋਂ ਲਿਸਟ। ਨੈਕਸਟ ਚੱਲਦੇ ਆਪਾਂ ਅੱਗੇ। ਰੈਗੂਲੇਟਿੰਗ ਐਕਟ ਜਿਹੜਾ ਇਹ ਕਦੋਂ ਪਾਸ ਕੀਤਾ ਗਿਆ? ਤਾਂ ਇਸ ਦਾ ਆਨਸਰ ਆ ਜਾਏਗਾ 1773 ਦੇ ਵਿੱਚ ਪਾਸ ਕੀਤਾ ਸੀ। ਕਿਹਨਾਂ ਨੇ ਪਾਸ ਕੀਤਾ ਸੀ? ਇਹ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਸੀ। ਠੀਕ ਹੈ, ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ। ਭਾਰਤ ਦਾ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ। ਠੀਕ ਹੈ, ਦੇਖੋ ਮਤਲਬ ਇਹ ਕਹਿ ਰਹੇ ਆ ਵੀ ਰਾਸ਼ਟਰਪਤੀ ਕਾਨੂੰਨ ਕਦੋਂ ਬਣਾ ਸਕਦਾ, ਮਤਲਬ ਕੋਈ ਵੀ ਐਕਟ ਆ ਜਦੋਂ ਕਦੋਂ ਪਾਸ ਕਰ ਸਕਦਾ, ਕੋਈ ਆਰਡਰ ਕਦੋਂ ਪਾਸ ਕਰ ਸਕਦਾ ਹੈ। ਇਹ ਪ੍ਰਧਾਨ ਮੰਤਰੀ ਅਜਿਹਾ ਕਰ ਲਈ ਕਹੇ, ਇਹ ਗਲਤ ਹੋ ਗਿਆ। ਪ੍ਰਧਾਨ ਮੰਤਰੀ ਪਰਿਸ਼ਦ ਅਜਿਹਾ ਕਰ ਲਈ ਕਹੇ, ਇਹ ਵੀ ਗਲਤ ਹੋ ਗਿਆ। ਸੰਸਦ ਦਾ ਅਧਿਵੇਸ਼ਨ ਨਾ ਚੱਲ ਰਿਹਾ ਹੋਵੇ, ਠੀਕ ਹੈ, ਇਹ ਬਿਲਕੁਲ ਸਹੀ ਹੈ। ਮਤਲਬ ਬਹੁਮਤ ਦੇ ਵਿੱਚ ਪਾਰਟੀਆਂ ਨਾ ਹੋਣ ਤਾਂ ਮਤਲਬ ਕਿ ਕਿਸੇ ਵੀ ਪਾਰਟੀ ਦੇ ਇੱਕ ਅਧਿਕਾਰ ਨਾ ਹੋਵੇ, ਠੀਕ ਹੈ, ਤਾਂ ਜਾਂ ਕਿਸੇ ਇੱਕ ਪਾਰਟੀ ਦੀ ਸਰਕਾਰ ਨਾ ਹੋਵੇ, ਉਦੋਂ ਰਾਸ਼ਟਰਪਤੀ ਕੀ ਆ ਅਧਿਆਦੇਸ਼ ਜਾਰੀ ਕਰ ਸਕਦਾ। ਤਾਂ ਆਨਸਰ ਕੀ ਆ ਜਾਏਗਾ? 3rd ਆ ਜਾਏਗਾ ਇਹਦੇ 'ਚ। ਨੈਕਸਟ ਚੱਲਦੇ ਹਾਂ। ਮਿੰਟੋ ਮਾਰਲੋ ਸੁਧਾਰ ਦਾ ਮੁੱਖ ਉਦੇਸ਼ ਕੀ ਸੀ? ਤਾਂ ਇਹਦਾ ਜਿਹੜਾ ਮੁੱਖ ਉਦੇਸ਼ ਸੀਗਾ ਭਾਰਤੀਆਂ ਦੀ ਭਾਗੀਰਥੀ ਵਧਾਉਣਾ, ਇਹ ਇਹਦਾ ਮੁੱਖ ਉਦੇਸ਼ ਨਹੀਂ ਸੀਗਾ। ਯੁੱਧ ਵਿੱਚ ਸਹਿਯੋਗ ਲਈ ਤਿਆਰ ਕਰਨਾ, ਇਹ ਵੀ ਨਹੀਂ ਸੀ। ਪੂਰਨ ਸੁਤੰਤਰਤਾ ਦੇਣਾ, ਇਹ ਵੀ ਨਹੀਂ ਸੀਗਾ। ਇਹ ਸੀਗਾ ਵੱਖਰੀ ਚੋਣ ਪ੍ਰਣਾਲੀ ਬਣਾਉਣਾ, ਇਸ ਦਾ ਮੁੱਖ ਉਦੇਸ਼ ਸੀ ਮਿੰਟੋ ਮਾਰਲੋ ਦਾ। ਠੀਕ ਹੈ, ਭਾਰਤ ਤੋਂ ਵਿਦੇਸ਼ ਜਾਣ ਵਾਲੇ ਰਾਜਦੂਤਾਂ ਦੀ ਨਿਯੁਕਤੀ ਕੌਣ ਕਰਦਾ ਹੈ? ਭਾਰਤ ਤੋਂ ਵਿਦੇਸ਼ ਜਾਣ ਵਾਲੇ ਮਤਲਬ ਕਿ ਰਾਸ਼ਟਰਪਤੀ ਕਰਦਾ। ਇਸ ਦੀ ਨਿਯੁਕਤੀ ਕੌਣ ਕਰਦਾ? ਨਾ ਤਾਂ ਭਾਰਤ ਦਾ ਜੱਜ, ਨਾ ਉਪ ਰਾਸ਼ਟਰਪਤੀ, ਨਾ ਪ੍ਰਧਾਨ ਮੰਤਰੀ। ਤਾਂ ਕੌਣ ਕਰਦਾ? ਰਾਸ਼ਟਰਪਤੀ।
ठीक है। जेकर मुख्य जज पूछ लिया जाए रीसेंटली कौन ने, तो है आर वी रामाना। ठीक है। जे पूछा जाए ये किन्नवे ने, तो यह है 48th ने। ठीक है। नैक्सट चलते हैं आप। अच्छा टोटल पूछा हो जी, टोटल है 34। नैक्सट चलते हैं। मिंटो मारले सुधार बिल किस साल पास किया गया? इसका आंसर आ जाएगा 1909 विच पास किया गया। कदों पास किया गया? 1909 दे विच पास किया गया। ठीक है। मतलब 1909 दे विच पहली बार इलैक्शन नूं मानता मिली सी। ठीक है। फर्स्ट टाइम इलैक्शन नूं मानता मिली सी 1909 दे विच। इंपॉर्टेंट है, याद रखियो। नैक्सट चलते हैं। संविधान की 7वीं अनुसूची संविधान की 7वीं अनुसूची अनुसार केंद्र ਅਤੇ ਰਾਜ ਸਰਕਾਰਾਂ ਵਿੱਚ ਵਿਸ਼ਿਆਂ ਨੂੰ ਕਿੰਨੀਆਂ ਸੂਚੀਆਂ ਵਿੱਚ ਵੰਡਿਆ ਗਿਆ ਹੈ? देखो मैं ऑलरेडी ਤੁਹਾਨੂੰ ਦੱਸ ਚੁੱਕਿਆ ਵੀ 3 ਸੂਚੀਆਂ ਹੁੰਦੀਆਂ, ਕਿਹੜੀ-ਕਿਹੜੀਆਂ? यूनियन लिस्ट, स्टेट लिस्ट ਤੇ कॉन्करेंट लिस्ट। ठीक है। यूनियन लिस्ट 'ਚ 97 वेरीएबल्स ਹੁੰਦੇ ਆ, स्टेट 'ਚ 61 ਤੇ कॉन्करेंट 'ਚ 52। ठीक है। नैक्सट चलते हैं। मुसलमानों के लिए वाधू चोण प्रणाली मंडल शुरू विच किस द्वारा लिया गया? तो मिंटो मारलो सुधार थ्रू लिया गया। ठीक है। तो इसका आंसर आ जाएगा 1909 दे विच। नैक्सट चलते हैं। राज सरकार का काम किस दे नां ते चलाया जाता है? तो इसका आंसर आ जाएगा मुख्य मंत्री दे। ठीक है। राज सरकार का किस दे आधार पर चलाया जाता है? किस दे नाम ते? मुख्य मंत्री दे नाम ते चलाया जाता है। अच्छा जे पूछ लिया जाए पंजाब का राज्यपाल कौन है ना? राज्यपाल कौन है? बीपी सिंह बदनौरे। ठीक है। बीपी सिंह बदनौरे। जे मान लो कई बार बीपी की ही फुल फॉर्म पूछ लिया जाए तो बीपी की फुल फॉर्म है विजय इंद्रपाल। विजेंद्र पाल। ठीक है। विजेंद्र पाल सिंह। ठीक है। याद रखो विजेंद्र पाल सिंह। नैक्सट चलते आप। ਭਾਰਤ ਨੂੰ 1947 ਵਿੱਚ ਸੱਤਾ ਸੌਂਪਣ ਦੀ ਯੋਜਨਾ ਹੇਠ ਲਿਖਿਆਂ ਵਿੱਚੋਂ ਕਿਸ ਨਾਮ ਨਾਲ ਜਾਣੀ ਜਾਂਦੀ ਹੈ? ਤਾਂ ਇਸ ਦਾ ਆਨਸਰ ਆ ਜਾਏਗਾ ਮਾਊਂਟਬੈਟਨ ਯੋਜਨਾ। ਕੀ ਆ ਜਾਏਗਾ? ਮਾਊਂਟਬੈਟਨ ਯੋਜਨਾ। मतलब ਮਾਊਂਟਬੈਟਨ ਯੋਜਨਾ ਇਹ ਭਾਰਤ ਅਤੇ ਪਾਕਿਸਤਾਨ ਦੀ ਵੰਡ 'ਤੇ ਬਣੀ ਸੀਗੀ ਹੈ ਨਾ। ਮਾਊਂਟਬੈਟਨ ਯੋਜਨਾ ਇੰਡੀਆ ਅਤੇ ਪਾਕਿਸਤਾਨ ਦੀ ਕਦੋਂ? 3 ਜੂਨ 1947। याद रखियो। नैक्सट चलते हैं। साडे देश विच किस तरह की न्याय प्रणाली है? साडे देश विच किस तरह की अपने इकहरी न्याय प्रणाली है, मतलब सब लिए इक्को ही न्याय प्रणाली है। ठीक है। तो याद रखियो इकहरी न्याय प्रणाली है। नैक्सट संघी प्रणाली ते पहली कोशिश भारत सरकार एक्ट डैश द्वारा बनाई गई सी। मतलब भारत नूं आज़ाद कराउण लई एक मतलब कि पहली पहल कदों स्टार्ट की गई सी? तो ये की गई सी 1935 दे विच। ठीक है। नैक्सट चलते हैं। भारतीय संविधान विच किन्ने अनुच्छेद अते अनुसूचियां हन? रीसेंटली पूछा जी इन्होंने। तो ये क्या आ जाएगा? 448 अनुच्छेद है तो 12 अनुसूचियां तो 25 की है पार्ट्स ने। किन्ने भागों च वंडिया होया? 25 भागों में। नैक्सट चलते हैं। 1922 ईस्वी विच इन्हां विचों किस द्वारा ये प्रगट किया गया कि भारतीय संविधान भारतीयों की इच्छा अनुसार होवेगा? देखो ये आंसर मोतीलाल नेहरू नहीं हैगा है ना, गोपाल कृष्ण गोखले नहीं हैगा, बाल गंगाधर तिलक नहीं हैगा। तो यदा आंसर आ जाएगा महात्मा गांधी। महात्मा गांधी ने लोगों को विश्वास दिलाया सी भी भारत का जिहड़ा संविधान होगा वो भारतीयों की इच्छा अनुसार होगा। ठीक है। भारतीयों की इच्छा अनुसार होवेगा। मौलिक अधिकारां ते जायज़ पाबंदी कौन लगा सकता है? तो इसका आंसर क्या आ जाएगा? देखो मौलिक अधिकारों तो बिना तो कंस्टिट्यूशन का कोई मतलब ही नहीं बनता। जे किसी को अधिकार देने ही नहीं तो फिर तो मतलब कंस्टिट्यूशन का कोई मतलब ही नहीं बनता है ना।
ਸੰਵਿਧਾਨ ਦਾ ਹੀ ਕੋਈ ਮਤਲਬ ਨਹੀਂ ਰਹਿ ਜਾਂਦਾ। ਤਾਂ ਕਰਕੇ ਜਿਹੜੇ ਮੌਲਿਕ ਅਧਿਕਾਰ ਆ ਇਸ ਤੋਂ ਬਿਨਾਂ ਕਿਸੇ ਵੀ ਮਤਲਬ ਕਿ ਸੰਵਿਧਾਨ ਦੀ ਕਲਪਨਾ ਕਰਨਾ ਵੀ ਬੇਕਾਰ ਹੈ। ਠੀਕ ਹੈ, ਤਾਂ ਇਹ ਕਹਿੰਦੇ ਆ ਵੀ ਇਸ 'ਤੇ ਜਾਇਜ਼ ਸ਼ਬਦ ਵਧਿਆ, ਜਾਇਜ਼ ਪਾਬੰਦੀ ਕੌਣ ਲਗਾ ਸਕਦਾ ਹੈ? ਤਾਂ ਜਾਇਜ਼ ਕੌਣ ਲਗਾ ਸਕਦਾ? ਸੰਸਦ। ਵੈਸੇ ਕੀ ਹੈ, ਜੇਕਰ ਕੋਈ ਵੀ ਕਾਨੂੰਨ ਇਸ ਤਰ੍ਹਾਂ ਦਾ ਪਾਸ ਕੀਤਾ ਜਾਂਦਾ ਹੈ ਜੋ ਮੌਲਿਕ ਅਧਿਕਾਰਾਂ ਦੇ ਵਿਰੁੱਧ ਜਾਂਦਾ ਹੈ ਤਾਂ ਉਹ ਆਟੋਮੈਟਿਕਲੀ ਨਲ ਐਂਡ ਵੋਇਡ ਹੋ ਜਾਏਗਾ, ਮਤਲਬ ਕਿ ਉਹ ਆਟੋਮੈਟਿਕਲੀ ਖਤਮ ਹੀ ਹੋ ਜਾਂਦਾ ਹੈ ਜੇਕਰ ਇਸ ਦੇ ਅਗੇਂਸਟ ਕੁਛ ਵੀ ਬਣਾਇਆ। ਠੀਕ ਹੈ, ਜੇਕਰ ਇਸ ਦੇ ਅਗੇਂਸਟ, ਕਿਉਂਕਿ ਇਹ ਮਤਲਬ ਬੇਸ ਹੈ, ਜੇ ਬੇਸ ਦੇ ਅਗੇਂਸਟ ਕੋਈ ਵੀ ਚੀਜ਼ ਕਿਸੇ ਵੀ ਤਰੀਕੇ ਨਾਲ ਜੇ ਇਸ ਦੇ ਅਗੇਂਸਟ ਜਾਂਦੀ ਹੈ ਮੌਲਿਕ ਅਧਿਕਾਰਾਂ ਦੇ, ਤਾਂ ਉਹ ਕਾਨੂੰਨ ਆਟੋਮੈਟਿਕਲੀ ਰੱਦ ਹੋ ਜਾਏਗਾ, ਯਾਦ ਰੱਖਿਓ। ਇਸ ਦੇ ਤਾਂ ਕਰਕੇ ਕਿਹਾ ਮੌਲਿਕ ਅਧਿਕਾਰਾਂ ਦੇ ਜਾਇਜ਼ ਮਤਲਬ ਥੋੜ੍ਹੇ ਬਹੁਤ, ਜੇਕਰ ਕੋਈ ਚੀਜ਼ ਥੋੜ੍ਹੀ ਬਹੁਤ ਕੋਈ ਇੰਪਰੂਵਮੈਂਟ ਦੀ ਲੋੜ ਹੈ ਤਾਂ ਉਹਦੇ 'ਤੇ ਕੌਣ ਬਣਾ ਸਕਦੀ ਹੈ? ਇਹ ਸੰਸਦ ਐਕਟ ਬਣਾ ਸਕਦੀ ਹੈ ਇਸ 'ਤੇ। ਨੈਕਸਟ ਚੱਲਦੇ ਹਾਂ। 1924 ਈਸਵੀ ਵਿੱਚ ਕਿਸ ਦੁਆਰਾ ਬ੍ਰਿਟਿਸ਼ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਭਾਰਤੀ ਸੰਵਿਧਾਨ ਦੇ ਨਿਰਮਾਣ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਜਾਵੇ? ਠੀਕ ਹੈ, ਇਹ MN ਰਾਏ ਦੁਆਰਾ ਵੀ ਨਹੀਂ ਕੀਤਾ ਗਿਆ, ਮਹਾਤਮਾ ਗਾਂਧੀ ਦੁਆਰਾ ਵੀ ਨਹੀਂ। ਠੀਕ ਹੈ, ਇਹ ਕੀਤਾ ਗਿਆ ਮੋਤੀ ਲਾਲ ਨਹਿਰੂ ਦੁਆਰਾ। ਕਿਹਨਾਂ ਦੁਆਰਾ? ਮੋਤੀ ਲਾਲ ਨਹਿਰੂ ਦੁਆਰਾ। ਮੋਤੀ ਲਾਲ ਨਹਿਰੂ ਕੌਣ ਸਨ? ਇਹ ਸਨ ਵਕੀਲ। ਠੀਕ ਹੈ, ਐਡਵੋਕੇਟ ਸੀਗੇ, ਅਤੇ ਇਹ ਨਾਲ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਸੀਗੇ, ਅਤੇ ਰਾਜਨੀਤਿਕ ਪਾਰਟੀ ਸੀਗੀ ਇਹਨਾਂ ਦੀ ਇੰਡੀਅਨ ਨੈਸ਼ਨਲ ਕਾਂਗਰਸ। ਠੀਕ ਹੈ, ਇੰਡੀਅਨ ਨੈਸ਼ਨਲ ਕਾਂਗਰਸ। ਠੀਕ ਹੈ, ਯਾਦ ਰੱਖਿਓ। ਨੈਕਸਟ ਚੱਲਦੇ ਹਾਂ। ਕਿਸ ਸੰਵਿਧਾਨਕ ਸੋਧ ਰਾਹੀਂ ਸਿੱਖਿਆ ਨੂੰ ਰਾਜ ਸੂਚੀ ਵਿੱਚੋਂ ਕੱਢ ਕੇ ਸਮਾਵਰਤੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ? ਰਾਜ ਸੂਚੀ ਵੀ, ਠੀਕ ਹੈ, ਸਟੇਟ ਲਿਸਟ ਚੋਂ ਕੱਢ ਕੇ ਕੌਨਕਰੈਂਟ ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਇਹ ਕਿੰਨਵੀਂ ਸੋਧ ਸੀਗੀ? ਇਹ 42 ਸੋਧ ਸੀਗੀ, 42ਵੀਂ ਸੋਧ ਸੀਗੀ। ਇਹ ਕੀਤੀ ਸੀਗੀ 1976 ਦੇ ਵਿੱਚ, ਜਦੋਂ ਇੰਦਰਾ ਗਾਂਧੀ ਦਾ ਰਾਜ ਸੀ। ਠੀਕ ਹੈ, ਇੰਦਰਾ ਗਾਂਧੀ ਸੀ। ਠੀਕ ਹੈ, ਇੰਦਰਾ ਗਾਂਧੀ ਸੀ, ਯਾਦ ਰੱਖਿਓ। ਠੀਕ ਹੈ, ਨੈਕਸਟ ਚੱਲਦੇ ਹਾਂ। ਭਾਰਤ ਦੀ ਸੰਵਿਧਾਨ ਸਭਾ ਗਠਨ ਕਰਨ ਦਾ ਆਧਾਰ ਕੀ ਸੀ? ਜਿਹੜੀ ਭਾਰਤ ਦੀ ਸੰਵਿਧਾਨ ਸਭਾ ਬਣਾਈ, ਇਹਦਾ ਮੇਨ ਬੇਸ ਜਿਹੜਾ ਉਹ ਕੀ ਸੀਗਾ, ਇਸ ਬਾਰੇ ਪੁੱਛਿਆ। ਤਾਂ ਇਸ ਦਾ ਹੈਗਾ ਕੈਬਨਿਟ ਮਿਸ਼ਨ ਪਲਾਨ 1946। ਠੀਕ ਹੈ, ਕੈਬਨਿਟ ਮਿਸ਼ਨ ਪਲਾਨ 1946 ਇਸ ਦਾ ਮੇਨ ਬੇਸ ਸੀ। ਨੈਕਸਟ ਚੱਲਦੇ ਹਾਂ। ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ? ਇਹ ਮੈਂ ਪਹਿਲਾਂ ਵੀ ਦੱਸਿਆ। ਮੌਲਿਕ ਸੰਵਿਧਾਨ ਕਿਸ ਤੋਂ ਲਏ ਗਏ? ਆਪਣੇ ਅਮਰੀਕਾ ਦੇ ਸੰਵਿਧਾਨ ਤੋਂ ਕਾਪੀ ਕੀਤੇ ਗਏ ਆ। ਨੈਕਸਟ ਚੱਲਦੇ ਹਾਂ। ਭਾਰਤ ਦੀ ਸੰਵਿਧਾਨਿਕ ਸਭਾ ਕਿਸ ਦੁਆਰਾ ਗਠਿਤ ਕੀਤੀ ਗਈ ਸੀ? ਭਾਰਤ ਦੀ ਸੰਵਿਧਾਨਿਕ ਸਭਾ ਕੈਬਨਿਟ ਮਿਸ਼ਨ ਯੋਜਨਾ ਦੁਆਰਾ ਕੀ ਹੈ? ਗਠਿਤ ਕੀਤੀ ਗਈ ਸੀ। ਤਾਂ ਇਸ ਦਾ ਆਨਸਰ ਆ ਜਾਣਾ ਕੈਬਨਿਟ ਮਿਸ਼ਨ ਯੋਜਨਾ। ਠੀਕ ਹੈ, ਇਹ ਸਾਰੇ ਗਲਤ ਹੋ ਜਾਣਗੇ, ਕੈਬਨਿਟ ਮਿਸ਼ਨ ਯੋਜਨਾ। ਨੈਕਸਟ ਚੱਲਦੇ ਹਾਂ। ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਕਿਸ ਅਦਾਲਤ ਦੀ ਵਿਸ਼ੇਸ਼ ਜ਼ਿੰਮੇਵਾਰੀ ਹੁੰਦੀ ਹੈ? ਠੀਕ ਹੈ, ਦੇਖੋ ਕਾਨੂੰਨ ਕੋਈ ਵੀ ਬਣ ਜਾਂਦਾ ਉਹਨੂੰ ਅਪਲਾਈ ਕਰਨਾ, ਵੀ ਲੋਕ ਮੰਨਣ, ਜੇ ਉਸ ਦੇ ਅਗੇਂਸਟ ਜਾਂਦੇ ਆ ਤਾਂ ਇਹ ਕੰਮ ਹੁੰਦਾ ਹੈ ਮਤਲਬ ਅਦਾਲਤਾਂ ਦਾ। ਠੀਕ ਹੈ, ਅਦਾਲਤਾਂ ਦਾ, ਪੁਲਿਸ ਦਾ। ਠੀਕ ਹੈ, ਤਾਂ ਇਹਦੇ 'ਚ ਆਨਸਰ ਆ ਜਾਏਗਾ ਸਰਵਉੱਚ ਅਦਾਲਤ। ਠੀਕ ਹੈ, ਨੈਕਸਟ ਚੱਲਦੇ ਹਾਂ। ਕੈਬਨਿਟ ਮਿਸ਼ਨ ਯੋਜਨਾ ਦੇ ਅਨੁਸਾਰ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਹੋਣੇ ਸੀ? ਜਦੋਂ ਦੇਖੋ ਕੈਬਨਿਟ ਮਿਸ਼ਨ ਯੋਜਨਾ ਬਣੀ ਸੀ, ਠੀਕ ਹੈ, ਉਸ ਟਾਈਮ ਇਹਦੇ ਮੈਂਬਰ ਕਿੰਨੇ ਹੋਣੇ ਸੀਗੇ ਇਹ ਦੱਸਣਾ ਵੀ ਆਪਾਂ ਇਸ ਦੇ ਵਿੱਚ। ਤਾਂ ਇਹਦਾ ਆਨਸਰ ਆ ਜਾਏਗਾ 399। ਠੀਕ ਹੈ, 389 ਮੈਂਬਰ ਹੋਣੇ ਸੀ। ਨੈਕਸਟ ਚੱਲਦੇ ਹਾਂ। ਇਹਨਾਂ ਵਿੱਚੋਂ ਕਿਸ ਵਿਰੁੱਧ ਮਹਾਦੋਸ਼ ਦੀ ਵਿਵਸਥਾ ਨਹੀਂ ਹੈ? ਮਹਾਦੋਸ਼, ਦੇਖੋ ਮਹਾਦੋਸ਼ ਕੀ ਚੀਜ਼ ਕਹਿ ਰਹੇ ਆ ਇਹ? ਮਹਾਦੋਸ਼ ਦਾ ਮਤਲਬ ਇਹ ਹੈ, ਜਿਵੇਂ ਹੁਣ ਮੰਨ ਕੇ ਚੱਲੋ ਪ੍ਰਧਾਨ ਮੰਤਰੀ ਬਣੇ ਆਪਣੇ, ਹੈ ਨਾ, ਪ੍ਰਧਾਨ ਮੰਤਰੀ ਕੁਛ ਵੀ ਕਰੀ ਜਾਣ, ਕੁਛ ਵੀ ਉਲਟਾ ਫੁਲਟਾ ਕੁਛ ਮਰਜ਼ੀ ਕਰੀ ਜਾਣ, ਤਾਂ ਇਹ ਨਹੀਂ ਹੈਗਾ ਵੀ ਆਉਣ ਵਾਲੀ ਸਰਕਾਰ ਹੈ ਜਿਹੜੀ ਨੈਕਸਟ ਸਰਕਾਰ ਆਊਗੀ ਉਹ ਆਖਣਗੇ ਵੀ ਇਸ ਬੰਦੇ ਨੇ ਇਹ ਗਲਤ ਕੀਤਾ, ਇਹਨੂੰ ਸਜ਼ਾ ਦਿਓ ਜੀ। ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ, ਮਤਲਬ ਇਹਨਾਂ ਦੇ ਅਗੇਂਸਟ ਮਹਾਦੋਸ਼ ਨਹੀਂ ਲੱਗ ਸਕਦਾ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਤਾਂ ਕਿਸ ਦੇ ਅਗੇਂਸਟ ਨਹੀਂ ਲੱਗ ਸਕਦਾ, ਤਾਂ ਇਹਦਾ ਆ ਜਾਏਗਾ ਆਨਸਰ ਰਾਜਪਾਲ। ਠੀਕ ਹੈ, ਨੈਕਸਟ ਚੱਲਦੇ ਹਾਂ। ਪੁਨਰ ਗਠਨ ਦੇ ਫਲਸਰੂਪ 1947 ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਰਹਿ ਗਈ ਸੀ? ਠੀਕ ਹੈ,
1947 ਦੇ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਉਹ ਕਿੰਨੀ ਰਹਿ ਗਈ ਸੀ, ਤਾਂ ਇਸ ਦਾ ਆਨਸਰ ਆ ਜਾਏਗਾ 299, 299। ਨੈਕਸਟ ਚੱਲਦੇ ਆ। ਚੋਣਾਂ ਦੌਰਾਨ ਕਿਸੇ ਚੋਣ ਹਲਕੇ ਵਿੱਚ ਚੋਣ ਪ੍ਰਚਾਰ ਖਤਮ ਹੋਣਾ ਚਾਹੀਦਾ ਹੈ। ਮਤਲਬ ਜਦੋਂ ਕਿਤੇ ਵੀ ਇਲੈਕਸ਼ਨਾਂ ਹੋਣੀਆਂ ਹੁੰਦੀਆਂ ਹੈ ਨਾ, ਤਾਂ ਉਸ ਤੋਂ ਪਹਿਲਾਂ ਇਹ ਪ੍ਰਚਾਰ ਕਰਦੇ ਆ ਬਹੁਤ ਸਾਰਾ, ਠੀਕ ਹੈ, ਸਪੀਕਰ ਵਗੈਰਾ ਲਾਉਂਦੇ ਆ, ਬਹੁਤ ਸਾਰੀ ਅਨਾਊਂਸਮੈਂਟਸ ਕਰਵਾਉਂਦੇ ਆ, ਤਾਂ ਉਹ ਸਾਰਾ ਕੁਛ ਕਿੰਨਾ ਸਮਾਂ ਪਹਿਲਾਂ ਹੋਣਾ ਚਾਹੀਦਾ, ਮਤਲਬ ਬੰਦ ਹੋ ਜਾਣਾ ਚਾਹੀਦਾ ਹੈ। ਤਾਂ ਇਸ ਦਾ ਜਿਹੜਾ ਐਗਜ਼ੈਕਟ ਆਨਸਰ ਹੋ ਜਾਏਗਾ ਵੋਟਾਂ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ। ਠੀਕ ਹੈ, ਵੋਟਾਂ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ। ਬੀ ਆਰ ਅੰਬੇਦਕਰ ਦੀ ਸੰਵਿਧਾਨਿਕ ਅਸੈਂਬਲੀ ਦੀ ਚੋਣ ਕਿੱਥੇ ਹੋਈ? ਮਤਲਬ ਬੀ ਆਰ ਅੰਬੇਦਕਰ ਨੂੰ ਸੰਵਿਧਾਨਿਕ ਅਸੈਂਬਲੀ ਦੇ ਵਿੱਚ ਕਦੋਂ ਚੁਣਿਆ ਗਿਆ ਜਾਂ ਕਿੱਥੇ ਚੁਣਿਆ ਗਿਆ? ਇਹ ਕਿੱਥੇ ਪੁੱਛਿਆ ਤਾਂ ਤੁਸੀਂ ਕੀ ਆਨਸਰ ਦੇਵੋਗੇ ਦਾ? ਵੈਸਟ ਬੰਗਾਲ, ਯਾਨੀ ਕਿ ਪੱਛਮ ਬੰਗਾਲ ਵਿੱਚ ਚੁਣਿਆ ਗਿਆ ਸੀ। ਨੈਕਸਟ ਚੱਲਦੇ ਹਾਂ। ਇਹਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਸ ਦੀ ਆਪਣੀ ਚੁਣੀ ਹੋਈ ਵਿਧਾਨ ਸਭਾ ਹੈ? ਤਾਂ ਇਸ ਦਾ ਆਨਸਰ ਆ ਜਾਏਗਾ ਪੁਡੂਚੇਰੀ। ਠੀਕ ਹੈ, ਕੀ ਆ ਜਾਏਗਾ? ਪੁਡੂਚੇਰੀ। ਨੈਕਸਟ ਚੱਲਦੇ ਹਾਂ। ਭਾਰਤੀ ਸੰਵਿਧਾਨ ਨੂੰ ਕਿਸ ਨੇ ਬਣਾਇਆ? ਤਾਂ ਭਾਰਤੀ ਸੰਵਿਧਾਨ ਨੂੰ ਕਿਸ ਨੇ ਬਣਾਇਆ? ਸੰਵਿਧਾਨ ਸਭਾ ਨੇ ਬਣਾਇਆ। ਠੀਕ ਹੈ, ਕਈ ਵਾਰੀ ਇਹ ਜਾਣਬੁੱਝ ਕੇ ਨਾ ਬੀ ਆਰ ਅੰਬੇਦਕਰ ਜਾਂ ਕੁਛ ਇਸ ਤਰ੍ਹਾਂ ਦਾ ਆਪਸ਼ਨ ਪਾਉਂਦੇ, ਮਹਾਤਮਾ ਗਾਂਧੀ, ਬੱਚੇ ਮਹਾਤਮਾ ਗਾਂਧੀ ਲਾ ਦਿੰਦੇ। ਤਾਂ ਯਾਦ ਰੱਖੋ, ਇਹਨੂੰ ਬਣਾਇਆ ਕਿਸ ਨੇ ਸੀ? ਸੰਵਿਧਾਨ ਸਭਾ ਨੇ ਬਣਾਇਆ ਸੀਗਾ। ਠੀਕ ਹੈ, ਦੇਖੋ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸ਼ੇਅਰ ਤਾਂ ਪੱਕਾ ਹੀ ਕਰਕੇ ਜਾਣਾ। ਨੈਕਸਟ ਚੱਲਦੇ ਹਾਂ। ਇਹਨਾਂ ਵਿੱਚੋਂ ਕਿਸ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਖਤਮ ਕਰ ਦਿੱਤਾ ਗਿਆ ਹੈ? ਠੀਕ ਹੈ, ਪ੍ਰੋਪਰਟੀ ਦਾ ਜੋ ਆਪਣਾ ਸੀਗਾ ਫੰਡਾਮੈਂਟਲ ਰਾਈਟਸ, ਉਹ ਖਤਮ ਕਰ ਦਿੱਤਾ ਗਿਆ। ਠੀਕ ਹੈ, ਸੰਪत्ति ਦਾ ਅਧਿਕਾਰ। ਨੈਕਸਟ ਚੱਲਦੇ ਹਾਂ। ਸੰਵਿਧਾਨ ਸਭਾ ਲਈ ਚੋਣਾਂ ਕਦੋਂ ਹੋਈਆਂ? ਜਦੋਂ ਸੰਵਿਧਾਨ ਸਭਾ ਦੀਆਂ ਚੋਣਾਂ ਪੁੱਛਿਆ ਇਹਨਾਂ ਨੇ ਵੀ ਸਟਾਰਟਿੰਗ 'ਚ ਜਿਹੜੀਆਂ ਚੋਣਾਂ ਉਹ ਕਦੋਂ ਹੋਈਆਂ? ਇਹ ਹੋਈਆਂ ਸੀ 1946 ਦੇ ਵਿੱਚ। ਕਦੋਂ ਹੋਈਆਂ ਸੀ? 1946 ਦੇ ਵਿੱਚ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕਰ ਲਏ ਗਏ ਹਨ? ਤਾਂ ਇਸ ਦਾ ਆਨਸਰ ਆ ਜਾਏਗਾ ਆਇਰਲੈਂਡ। ਠੀਕ ਹੈ, ਕਿਸ ਤੋਂ? ਆਇਰਲੈਂਡ। ਯਾਦ ਰੱਖਿਓ, ਇਹ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਚੱਲਦੇ ਹਾਂ। ਭਾਰਤ ਵਿੱਚ ਚੋਣ ਮੰਡਲ ਦਾ ਕੀ ਕਰਤੱਵ ਹੈ? ਦੇਖੋ ਇਲੈਕਸ਼ਨ ਜਿਹੜਾ ਆਪਣਾ ਕਮਿਸ਼ਨ ਆ ਉਹਦਾ ਕੀ ਕਰਤੱਵ ਹੈ? ਦੇਖੋ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਇਲੈਕਸ਼ਨਸ ਹੈ ਉਹ ਇਲੈਕਸ਼ਨ ਕਮਿਸ਼ਨ ਨਹੀਂ ਕਰਾਉਂਦਾ। ਠੀਕ ਹੈ, ਰਾਜਪਾਲ ਨੂੰ ਵੀ ਨਹੀਂ ਕਰਦਾ, ਲੋਕ ਸਭਾ ਦੇ ਸਪੀਕਰ ਨੂੰ ਵੀ। ਤਾਂ ਇਸ ਦਾ ਆਨਸਰ ਆ ਜਾਏਗਾ ਰਾਸ਼ਟਰਪਤੀ। ਰਾਸ਼ਟਰਪਤੀ ਦੀ ਇਲੈਕਸ਼ਨ ਹੈ ਜੋ ਕੋਈ ਹੈ ਇਲੈਕਸ਼ਨ ਕਮਿਸ਼ਨ ਕਰਵਾਉਂਦਾ। ਠੀਕ ਹੈ, ਨੈਕਸਟ ਚੱਲਦੇ ਹਾਂ। ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕੀ ਹੈ? ਤਾਂ ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕੀ ਹੈ? 5 ਸਾਲ। ਕੀ ਹੈ ਇਹਦਾ? 5 ਸਾਲ। ਨੈਕਸਟ ਚੱਲਦੇ ਹਾਂ। ਰਾਜ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਤਾਂ ਰਾਜ ਦਾ ਰਾਜਪਾਲ ਕਰਦਾ ਜੀ। ਇਹਦਾ ਆਨਸਰ ਆ ਜਾਏਗਾ ਡੀ, ਰਾਜ ਦਾ ਰਾਜਪਾਲ। ਲੋਕ ਕਲਿਆਣਕਾਰੀ ਰਾਜ ਦਾ ਸੰਕਲਪ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਮਿਲਦਾ ਹੈ? ਤਾਂ ਇਸ ਦਾ ਆਨਸਰ ਆ ਜਾਏਗਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਮਿਲਦਾ ਜੀ। ਭਾਰਤੀ ਸੰਵਿਧਾਨ ਅਨੁਸਾਰ ਕੇਂਦਰ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ? ਠੀਕ ਹੈ ਬਈ, ਕੌਣ ਹੁੰਦਾ ਮੁਖੀ? ਤੁਹਾਨੂੰ ਕੀ ਲੱਗਦਾ ਸੈਂਟਰ ਗੌਰਮੈਂਟ ਦਾ ਮੁਖੀ ਕੌਣ ਹੁੰਦਾ? ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਪ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ? ਦੇਖੋ ਦੇਖਣ 'ਚ ਸਾਰੇ ਹੀ ਸਹੀ ਲੱਗਦੇ ਆ, ਬਟ ਇਹਦਾ ਆਨਸਰ ਆ ਜਾਏਗਾ ਪ੍ਰਧਾਨ ਮੰਤਰੀ। ਨੈਕਸਟ ਚੱਲਦੇ ਹਾਂ। ਸੰਵਿਧਾਨ ਅਨੁਸਾਰ ਮੌਲਿਕ ਕਰਤੱਵਾਂ ਦੀ ਗਿਣਤੀ ਕਿੰਨੀ ਹੈ? ਦੇਖੋ ਮੌਲਿਕ ਕਰਤੱਵਾਂ ਦੀ ਗਿਣਤੀ ਕਿੰਨੀ ਆ ਇਸ ਟਾਈਮ? ਇਹ ਹੈਗੇ ਆ 11। ਜੇਕਰ ਆਪਾਂ ਨੂੰ ਫੰਡਾਮੈਂਟਲ ਰਾਈਟਸ ਮਿਲੇ ਹੋਏ ਤਾਂ ਫੰਡਾਮੈਂਟਲ ਡਿਊਟੀਜ਼ ਵੀ ਨੇ। ਠੀਕ ਹੈ, ਫੰਡਾਮੈਂਟਲ ਡਿਊਟੀਜ਼। ਠੀਕ ਹੈ, ਜਿਵੇਂ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਇਹ ਆਪਣੀਆਂ ਡਿਊਟੀਜ਼ ਨੇ। ਠੀਕ ਹੈ, ਅੱਗੇ ਦੇਖੋ ਬਈ ਇਹ ਜਿਹੜੀ ਪਹਿਲਾਂ ਸੀਗੀਆਂ ਇਹ 9 ਸੀਗੀਆਂ, ਇਸ ਤੋਂ ਬਾਅਦ ਇਹ ਵਧਾ ਕੇ 86th ਅਮੈਂਡਮੈਂਟ ਦੇ ਵਿੱਚ ਕਿੰਨੀਆਂ ਕਰਤੀਆਂ? ਇਹ 86 ਅਮੈਂਡਮੈਂਟ ਦੇ ਵਿੱਚ 11 ਕਰਤੀਆਂ। ਅਤੇ ਇਹ ਕਦੋਂ ਹੋਈ ਸੀ 86th ਅਮੈਂਡਮੈਂਟ? 2002 ਦੇ ਵਿੱਚ ਹੋਈ ਸੀ। ਲੋਕ ਅਦਾਲਤਾਂ ਦੀ ਸਥਾਪਨਾ ਦਾ ਸੰਕਲਪ ਕਿਸ ਦੇ ਨਾਂ ਨਾਲ ਜੁੜਿਆ ਹੈ? ਲੋਕ ਅਦਾਲਤਾਂ ਇੱਕ ਇਹੋ ਜਿਹੀਆਂ ਅਦਾਲਤਾਂ ਹੁੰਦੀਆਂ, ਮਤਲਬ ਛੋਟੀਆਂ ਅਦਾਲਤਾਂ ਹੁੰਦੀਆਂ ਜਿੱਥੇ ਕੋਈ ਵਕੀਲ ਨਹੀਂ ਕਰਨਾ ਪੈਂਦਾ। ਠੀਕ ਆ, ਐਟ ਦਾ ਟਾਈਮ ਹੀ ਸਿੱਧਾ ਹੀ ਮਤਲਬ ਕਿ ਡਿਸੀਜਨ ਲਿਆ ਜਾਂਦਾ ਹੈ।
जे किसी ने कोई पेनल्टी पाउणी आ मौके ते ही नाल दी नाल ही निपटारा कर दिता जाता है। इस दा जिहड़ा कंसैप्ट है ये किन कौन लैके आया सी? ये लैके आया सी PN भगवती, ठीक है। ये चीफ जस्टिस सीगे अपने PN भगवती। नैक्सट चलते हैं कि संविधानिक सोध राਹੀਂ मौलिक करतब अनुच्छेद 51A ਵਿੱਚ शामिल किए गए हैं। तो ये तो थोड़ा याद रखने पैना 42th अमेंडमेंट इंपॉर्टेंट क्वेश्चन है, ठीक है। 42th अमेंडमेंट। ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਸੀ? 9 ਦਸੰਬਰ 1946 ਦੇ ਵਿੱਚ ਹੋਈ ਸੀ। ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕੌਣ ਸੀ? ਠੀਕ ਹੈ, ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਇਹਨਾਂ ਚੋਂ ਕੌਣ ਸੀਗਾ? ਇਹਦਾ ਆਨਸਰ ਆ ਜਾਏਗਾ ਤੁਹਾਡੇ ਕੋਲੇ BR ਅੰਬੇਦਕਰ भी नहीं, डॉक्टर राजेंद्र भी नहीं सीगा, सचिदानंद सिन्हा। हाँ, ये बिल्कुल सही आंसर आ जाएगा सचिदानंद सिन्हा। ये अस्थाई सीगा, टैंपरेरी बेस ते सीगे। नैक्सट चलते हैं ਭਾਰਤੀ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਕੌਣ ਸਨ? ਹੈ ਨਾ, ਪਿਛਲੇ ਕੁਐਸਚਨ ਤੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਜਿਵੇਂ ਦੀ। ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਭਾਰਤੀ ਸੰਵਿਧਾਨ ਸਭਾ ਨੇ ਭਾਰਤ ਦੇ ਰਾਸ਼ਟਰੀ ਝੰਡੇ ਦੀ ਰੂਪਰੇਖਾ ਨੂੰ ਕਦੋਂ ਅੰਗੀਕਾਰ ਕੀਤਾ? ਤਾਂ ਇਸ ਦਾ ਆਨਸਰ ਆ ਜਾਏਗਾ 22 ਜੁਲਾਈ 1947। ਤਾਂ 22 ਜੁਲਾਈ 1947, ਠੀਕ ਹੈ। ਬਾਕੀ ਆਪਸ਼ਨ ਹੋ ਜਾਣਗੇ ਆਪਣੇ ਗਲਤ। ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਆਖਰੀ रूप विच किस दिन पास किया? लास्ट दिन दसना जी। ये सारिया डेट्स ना इंपॉर्टेंट है, याद रखियो क्योंकि ये ज़्यादातर याद नहीं रहिंदियां, ठीक है। तो इस दिन आ जाएगा 26 नवंबर 1949, ठीक है। 26 नवंबर 1949 नैक्सट चलते हैं संविधान सभा अंतिम रूप ना किस दिन आखिरी दिन मिली? ठीक है। अंतिम रूपरेखा संविधान नूं कदों मिली? तो ये तुसी दसना भी। इसका आंसर आ जाएगा 20 जनवरी 1950 दे विच, ठीक है। 20 जनवरी 24 जनवरी 1950 दे विच, ठीक है। नैक्सट चलते हैं संविधान सभा के किन्ने मौजूदा मैंबरां ने संविधान उत्ते दस्तखत किए? जिहड़े लास्ट ते जेकर आप कहांगे भी सिग्नेचर लास्ट ते किन्ने बंदे रह गए सी, किन्ना ने किते है? 284 यानी कि 284 बंदियां ने किते है। नैक्सट चलते हैं संविधान विच अंत विच पास किए गए संविधान किन्ने अनुसूचित ते अनुसूचियां सन? जो मतलब कहते संविधान बनाता सी स्टार्टिंग च, उदों किन्ने अनुच्छेद ते किन्नियां अनुसूचियां सन? तो इसका आंसर 375 अनुच्छेद, 7 अनुसूचियां, ये भी गलत है। 387 अनुच्छेद ते 7 अनुसूचियां, ये भी गलत है। तो इसका आंसर हो जाएगा 3rd, यानी कि 395 अनुच्छेद सन ते 8 अनुसूचियां सी। याद रखियो, ठीक है, जदों कंस्टिट्यूशन बनया। भारतीय संविधान का निर्माता किसनूं कहा जाता है? निर्माता, ठीक है भी। इसनूं मतलब इहदा आइडिया कौन लैके आया? कौन लैके आया सी? डॉक्टर BR अंबेदकर लैके आए सन, ठीक है। वैसे भी इन्हों पितामह कहा जाता ना एक हिसाब का। नैक्सट चलते हैं संविधान सभा के पहले दिन सैशन की प्रधानगी किसने की? जो संविधान बन गया पहले दिन जो सैशन लग्या तो उसकी जी प्रधानगी आ इन्हां विचों किस बंदे ने की? डॉक्टर राजेंद्र प्रसाद, जवाहर लाल नेहरू, BR अंबेदकर, सचिदानंद सिन्हा। ਇਹਦਾ आंसर ना तुसीं मैनूं कमेंट बॉक्स 'ਚ ਦਿਓ। वैसे ਤੁਹਾਨੂੰ लगता तो BR अंबेदकर ही होगा, पर आप चैक करांगे कि इसनूं किहड़ा लगदा, ठीक है। तो सर्च करके तुसीं मैनूं दसना भी इन्हां दा आंसर की है, ठीक है। सर्च दे विच जरूर दस्सिया करो भी कमेंट बॉक्स दे विच, ठीक है। कमेंट बॉक्स दे विच तुसीं आंसर जरूर दिया करो जिहड़े क्वेश्चन दा पुछया। नैक्सट चलदे हां भारतीय संविधान सभा विच महिलावां दी गिनती किन्नी सी? स्टार्टिंग च किन्नी सीगी? 15 सी, ठीक है। याद रखियो। जे साडी वीडियोज़ तुहानूं वधिया लगदी है तो शेयर जरूर करो, ठीक है। सबसक्राइब कर लो अपने चैनल नूं। नैक्सट चलदे हां
ਓਕੇ, ਥੈਂਕਸ ਫॉर ਵਾਚਿੰਗ। ਲਾਈਕ ਕਰ ਦਿਓ ਬਈ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਿਓ, ਅਤੇ ਜੋ ਬੰਦੇ ਸਬਸਕ੍ਰਾਈਬ ਕਰ ਰਹੇ ਨੇ ਉਹ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਕਿਉਂਕਿ ਫੇਰ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ ਜਦੋਂ ਆਪਾਂ ਨਿਊ ਵੀਡੀਓਜ਼ ਲੈ ਕੇ ਆਵਾਂਗੇ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੰਪਿਊਟਰਸ ਦੀਆਂ ਵੀਡੀਓਜ਼ ਲੈ ਕੇ ਆਵਾਂਗੇ, ਤਾਂ ਕਰਕੇ ਬੈਲ ਆਈਕਨ ਨੂੰ ਐਕਟੀਵੇਟ ਜ਼ਰੂਰ ਰੱਖਿਓ। ਓਕੇ।